ਉਹਦੇ ਮਗਰ ਚੱਲਦੇ ਰਹੇ ਜਦੋਂ ਤੱਕ ਕਿ ਉਹ ਬਹਿਰਾਏ ਕੁਲਜ਼ਮ ਦੇ ਪਹਾੜਾਂ ਤੱਕ ਨਾ ਆ ਗਏ। ਇੱਥੇ ਉਹਨਾਂ ਨੇ ਡੇਰੇ ਲਾ ਲਏ ਅਤੇ ਸਲਾਹ ਮਸ਼ਵਰੇ ਸ਼ੁਰੂ ਕੀਤੇ ਕਿ ਇਹ ਇੰਨੇ ਡੂੰਘੇ ਪਾਣੀ ਵਿੱਚੋਂ ਕਿਵੇਂ ਲੰਘਣਗੇ। ਫ਼ਿਰੌਨ ਦਾ ਆਪਣੇ ਪੁੱਤਰ ਦੇ ਮਰਨ ਦੇ ਮਾਤਮ ਕਰਨ ਤੋਂ ਬਾਅਦ ਗੁੱਸਾ ਪਹਿਲੇ ਨਾਲੋਂ ਕਿਧਰੇ ਵੱਧ ਗਿਆ ਅਤੇ ਉਹ ਸਮਝ ਨਾ ਸਕਿਆ ਕਿ ਉਸ ਨੇ ਆਪਣੇ ਗੁਲਾਮਾਂ ਨੂੰ ਕਾਦੇ ਤੋਂ ਜਾਣ ਦਿੱਤਾ। ਰਾਤ ਤਿਆਰ ਕਰੋ ਤੇ ਅਬਰਾਨੀਆਂ ਦਾ ਪਿੱਛਾ ਕਰੋ, ਉਹਨਾਂ ਨੂੰ ਮਾਰ ਦਿਓ ਜਾਂ ਫਿਰ ਵਾਪਸ ਲੈ ਆਓ। ਸਰਕਾਰ, ਜਿਵੇਂ ਤੁਸੀਂ ਕਹਿ ਰਹੇ ਹੋ ਉਂਝ ਹੀ ਹੋਵੇਗਾ। ਵੇਖੋ ਮਿਸਰੀ ਫੌਜਾਂ ਆ ਰਹੀਆਂ ਨੇ, ਅਸੀਂ ਜਾੜਾਂ ਵਿੱਚ ਫਸ ਗਏ ਆ। ਮੂਸਾ ਸਾਨੂੰ ਮਾਰਨ ਲਈ ਇੱਥੇ ਲੈ ਆਇਆ ਏ। ਇਸ ਬਿਆਬਾਨ ਵਿੱਚ ਮਰਨ ਦੀ ਥਾਂ ਗੁਲਾਮਾਂ ਦੀ ਤਰ੍ਹਾਂ ਜ਼ਿੰਦਾ ਰਹਿਣਾ ਕਦਰੇ ਚੰਗਾ ਸੀ। ਜਦੋਂ ਮਿਸਰੀਆਂ ਨੇ ਅਬਰਾਨੀਆਂ ਨੂੰ ਬਗੈਰ ਮਦਦ ਦੇ ਦੇਖਿਆ ਤਾਂ ਉਹਨਾਂ ਨੂੰ ਉਹ ਸਾਰੇ ਦੁੱਖ ਯਾਦ ਆਏ ਜੋ ਮੂਸਾ ਦੀ ਵਜ੍ਹਾ ਨਾਲ ਮਿਸਰ 'ਤੇ ਆਏ। ਉਹ ਇਹਨਾਂ ਨੂੰ ਮਾਰਨ ਲਈ ਤਿਆਰ ਸਨ। ਸਾਡੇ ਆਲੇ ਦੁਆਲੇ ਪਹਾੜ ਤੇ ਸਾਹਮਣੇ ਪਾਣੀ ਏ, ਅਸੀਂ ਫਸ ਗਏ ਆ। ਕੀ ਪਰਮੇਸ਼ਵਰ ਸਾਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦਾ ਏ? ਜਿੱਥੇ ਹੈ ਉਹ ਉੱਥੇ ਹੀ ਖੜੇ ਰਹੋ। ਖੁਦਾਵੰਦ ਸਾਨੂੰ ਸ਼ਾਨਦਾਰ ਤਰੀਕੇ ਨਾਲ ਬਚਾਏਗਾ। ਖੁਦਾਵੰਦ ਨੇ ਫਰਾਉਨ ਦੇ ਦਿਲ ਨੂੰ ਇੱਕ ਵਾਰੀ ਫੇਰ ਸਖਤ ਕਰ ਦਿੱਤਾ। ਅੱਜ ਤੋਂ ਬਾਅਦ ਤੁਸੀਂ ਕਦੀ ਮਿਸਰੀ ਫੌਜ ਨੂੰ ਨਹੀਂ ਵੇਖੋਗੇ। ਜਿਵੇਂ ਹੀ ਇਹ ਮਹਿਸੂਸ ਹੋਇਆ ਕਿ ਹੁਣ ਮਿਸਰੀ ਫੌਜ ਅਬਰਾਨੀਆਂ 'ਤੇ ਚੜ੍ਹ ਜਾਏਗੀ, ਉਸੇ ਵੇਲੇ ਆਸਮਾਨ ਤੋਂ ਇੱਕ ਅੱਗ ਦਾ ਥੰਮ ਸਤੂਨ ਨਿਕਲਿਆ ਅਤੇ ਉਹਨੇ ਮਿਸਰੀ ਫੌਜਾਂ ਦੇ ਰਾਹ ਬੰਦ ਕਰ ਦਿੱਤੇ। ਉਸ ਰਾਤ ਅਬਰਾਨੀਆਂ ਲਈ ਰੌਸ਼ਨੀ ਅਤੇ ਮਿਸਰੀਆਂ ਲਈ ਘੁੱਪ ਹਨੇਰਾ ਸੀ। ਮੂਸਾ ਨੇ ਆਪਣੀ ਲਾਠੀ ਸਮੁੰਦਰ 'ਤੇ ਵਧਾਈ ਅਤੇ ਆਸਮਾਨ ਨੂੰ ਇੱਕ ਤੇਜ਼ ਹਨੇਰੀ ਸਮੁੰਦਰ 'ਤੇ ਚੱਲੀ, ਜਿਹਨੇ ਸਮੁੰਦਰ ਨੂੰ ਖੋਲ੍ਹ ਕੇ ਵਿਚਕਾਲਿਓਂ ਦੋ ਹਿੱਸੇ ਕਰ ਦਿੱਤਾ ਅਤੇ ਸਮੁੰਦਰ ਦੇ ਵਿੱਚ ਜ਼ਮੀਨ 'ਤੇ ਇੱਕ ਖੁਸ਼ਕ ਰਾਹ ਬਣ ਗਿਆ। ਇਹ ਇੱਕ ਸ਼ਾਨਦਾਰ ਮੁਆਜਜ਼ਾ ਸੀ ਤੇ ਬਨੀ ਇਸਰਾਈਲ ਨੇ ਸਮੁੰਦਰ ਦੀ ਖੁਸ਼ਕ ਜ਼ਮੀਨ ਨੂੰ ਤੁਰ ਕੇ ਪਾਰ ਕੀਤਾ। ਆਉਣ ਵਾਲੇ ਦਿਨਾਂ ਵਿੱਚ ਉਹ ਖੁਦਾਵੰਦ ਦੇ ਗੀਤ ਗਾਣਗੇ ਜਿਨੇ ਉਹਨਾਂ ਲਈ ਸਮੁੰਦਰ ਵਿੱਚੋਂ ਰਾਹ ਬਣਾਇਆ। ਹਰ ਕੋਈ ਜਾਣੇਗਾ ਕਿ ਸਿਰਫ ਇੱਕ ਹੀ ਖੁਦਾ ਹੈ ਜਿਸ ਦਾ ਨਾਮ ਯਹੋਵਾ ਹੈ। ਇਹ ਉਹਨਾਂ ਸਾਰਿਆਂ ਵਿੱਚੋਂ ਬਿਹਤਰੀਨ ਹੈ ਜੋ ਅਸੀਂ ਮਿਸਰ ਵਿੱਚ ਵੇਖਿਆ। ਵਾਹ, ਸਾਡਾ ਖੁਦਾ ਸਭ ਨਾਲੋਂ ਚੰਗਾ ਹੈ। ਅਸੀਂ ਸਮੁੰਦਰ ਦੇ ਵਿਚਕਾਰ ਆ। ਯੋਸਾਇਆ, ਬੇਵਕੂਫੀ ਨਾ ਕਰੋ, ਇੱਧਰੋਂ ਪਿੱਛੇ ਹੋ ਜਾਓ। ਤੈਨੂੰ ਪਤਾ ਹੈ ਕਿ ਤੈਨੂੰ ਤਰਨਾ ਨਹੀਂ ਆਉਂਦਾ। ਮੈਂ ਤਾਂ ਸਿਰਫ ਖੂਬਸੂਰਤ ਮੱਛੀ ਨੂੰ ਛੂਣਾ ਚਾਹੁੰਦਾ। ਜਦੋਂ ਅਬਰਾਨੀ ਸਮੁੰਦਰ ਪਾਰ ਕਰਨ ਦੇ ਨੇੜੇ ਸਨ ਤਾਂ ਖੁਦਾਵੰਦ ਨੇ ਅੱਗ ਦੀ ਕੰਧ ਜੋ ਮਿਸਰੀ ਫੌਜ ਦੇ ਸਾਹਮਣੇ ਸੀ ਹਟਾ ਲਈ। ਉਹਨਾਂ ਨੂੰ ਸਮੁੰਦਰ ਖੁੱਲ੍ਹਾ ਨਜ਼ਰ ਨਾ ਆਇਆ ਤੇ ਉਹ ਬਨੀ ਇਸਰਾਈਲ ਦੇ ਮਗਰ ਨੱਸੇ। ਅੱਗੇ ਵਧੋ ਤੇ ਇਹਨਾਂ ਇਬਰਾਨੀਆਂ ਨੂੰ ਮਾਰ ਦਿਓ। ਤੁਸੀਂ ਅੱਜ ਯਹੋਵਾ ਖੁਦਾ ਦੀ ਤਾਕਤ ਵੇਖੀਏ। ਵੇਖੋ ਪਾਣੀ ਵਾਪਸ ਆ ਰਿਹਾ ਏ, ਹੁਣ ਇਹ ਸਾਰੇ ਡੁੱਬ ਜਾਣਗੇ। ਹਰ ਮਿਸਰੀ ਫੌਜੀ ਸਮੁੰਦਰ ਵਿੱਚ ਡੁੱਬ ਗਿਆ। ਉਹਨਾਂ ਦੇ ਲੱਕੜ ਤੇ ਪੱਥਰ ਦੇ ਖੁਦਾ ਵੀ ਉਹਨਾਂ ਨੂੰ ਬਚਾ ਨਾ ਸਕੇ। ਇਹਨਾਂ ਸਾਰਿਆਂ ਦੀਆਂ ਲਾਸ਼ਾਂ ਵੱਲ ਵੇਖੋ। ਸਮੁੰਦਰ ਮਰੇ ਹੋਏ ਮਿਸਰੀ ਫੌਜੀਆਂ ਨਾਲ ਭਰ ਗਿਆ ਏ। ਸੱਚੀ ਮੁੱਚੀ ਯਹੋਵਾ ਹੀ ਖੁਦਾ ਏ ਤੇ ਕੋਈ ਨਹੀਂ ਜੋ ਇੰਜ ਦੇ ਕੰਮ ਕਰ ਸਕੇ। ਅਸੀਂ ਇਸ ਦਿਨ ਨੂੰ ਹਮੇਸ਼ਾ ਯਾਦ ਰੱਖਾਂਗੇ। ਸਮੁੰਦਰ ਤੇ ਮੁਰਦਾ ਮਿਸਰੀ ਫੌਜ ਨੂੰ ਪਿੱਛੇ ਛੱਡ ਕੇ ਬਨੀ ਇਸਰਾਈਲ ਨੇ ਇੱਕ ਵੱਡੇ ਬਿਆਬਾਨ ਵਿੱਚ ਮੂਸਾ ਤੇ ਬੱਦਲ ਦੇ ਸਤੂਨ ਦਾ ਪਿੱਛਾ ਕੀਤਾ। ਉਹੀ ਸਭ ਕੁਝ ਖਾਂਦੇ ਪੀਂਦੇ ਰਹੇ ਜੋ ਮਿਸਰ ਤੋਂ ਲੈ ਕੇ ਨਿਕਲੇ ਸਨ। ਕਾਫੀ ਦਿਨਾਂ ਦੇ ਸਫ਼ਰ ਤੋਂ ਬਾਅਦ ਬੱਦਲ ਜੋ ਉਹਨਾਂ ਨੂੰ ਰਾਹ ਵਿਖਾ ਰਿਹਾ ਸੀ ਪਾਣੀ ਦੇ ਖੂਹਾਂ ਦੇ ਕੋਲ ਰੁਕ ਗਿਆ। ਅਬਰਾਨੀਆਂ ਨੇ ਉੱਥੇ ਡੇਰੇ ਡਾਲੇ ਜਦੋਂ ਤੱਕ ਉਹਨਾਂ ਦੀ ਖੁਰਾਕ ਖਤਮ ਨਾ ਹੋ ਗਈ ਤੇ ਖੁਰਾਕ ਲਈ ਕੋਈ ਹੋਰ ਜਗ੍ਹਾ ਵੀ ਨਹੀਂ ਸੀ। ਇਹ ਸਾਰਾ ਕੁਝ ਬੜਾ ਹੀ ਮਾਯੂਸ ਕੁਨ ਸੀ। ਅਸੀਂ ਮਿਸਰ ਵਿੱਚ ਰੁਕ ਸਕਦੇ ਸੀ ਤੇ ਇਸ ਤੋਂ ਚੰਗੀ ਜ਼ਿੰਦਗੀ ਗੁਜ਼ਾਰ ਸਕਦੇ ਸੀ। ਗੁਲਾਮ ਹੁੰਦਿਆਂ ਹੋਇਆ ਸਾਡੇ ਕੋਲ ਖਾਣ ਨੂੰ ਬੜਾ ਕੁਝ ਹੋਣਾ ਸੀ। ਇੱਥੇ ਕੁਝ ਵੀ ਨਹੀਂ। ਹਾਂ, ਕੀ ਤੂੰ ਸਾਨੂੰ ਇੱਥੇ ਭੁੱਖੇ ਮਾਰੇ ਲਈ ਲਿਆਂਦਾ ਹੈ? ਮੇਰੀ ਗੱਲ ਸੁਣੋ, ਤੁਸੀਂ ਮੇਰੇ ਖਿਲਾਫ ਨਹੀਂ ਸਗੋਂ ਖੁਦਾ ਦੇ ਖਿਲਾਫ ਜਿਹਨੂੰ ਅਸੀਂ ਪੂਜਦੇ ਹਾਂ ਸ਼ਿਕਾਇਤ ਕਰ ਰਹੇ ਹੋ।
ਯਹੋਵਾ ਫਰਮਾਂਦਾ ਹੈ ਕਿ ਉਹ ਅਸਮਾਨੋਂ ਰੋਟੀ ਕੱਲੇਗਾ। ਹਰ ਸਵੇਰੇ ਤੁਸੀਂ ਜ਼ਮੀਨ ਨੂੰ ਉਹਦੇ ਨਾਲ ਟੱਕਿਆ ਹੋਇਆ ਪਾਓਗੇ। ਤੁਹਾਨੂੰ ਸਿਰਫ ਇਹਨੂੰ ਚੁੱਕਣਾ ਤੇ ਖਾਣਾ ਹੈ। ਮੂਸਾ ਨੇ ਕੀ ਕਿਹਾ ਹੈ? ਅਸੀਂ ਕਿਵੇਂ ਖਾਣਾ ਖਾਵਾਂਗੇ? ਬੱਚੇ ਭੁੱਖੇ ਨੇ। ਉਹ ਆਂਦੇ ਨੇ ਕਿ ਯਹੋਵਾ ਹਰ ਸਵੇਰੇ ਆਸਮਾਨੋਂ ਰੋਟੀ ਦਾ ਮੀਂਹ ਪਾਏਗਾ। ਸੂਰਜ ਚੜ੍ਹਨ ਦਾ ਵੇਲਾ ਹੋ ਗਿਆ ਹੈ। ਕੀ ਤੁਹਾਨੂੰ ਯਕੀਨ ਹੈ ਕਿ ਜਿਵੇਂ ਮੂਸਾ ਆਖ ਰਿਹਾ ਹੈ ਜ਼ਮੀਨ ਤੇ ਰੋਟੀ ਹੋਵੇਗੀ? ਜੇ ਇੰਜ ਨਾ ਹੋਇਆ ਤੇ ਅਸੀਂ ਭੁੱਖੇ ਹੀ ਮਰ ਜਾਵਾਂਗੇ। ਕੀ ਕਦੇ ਤੁਸਾਂ ਆਸਮਾਨੋਂ ਰੋਟੀ ਡਿੱਗਣ ਦੇ ਬਾਰੇ ਸੁਣਿਆ ਹੈ? ਨਹੀਂ, ਪਰ ਮੈਂ ਕਦੇ ਸਮੁੰਦਰ ਵਿਚਾਲੇ ਰਸਤਾ ਬਣਨ ਬਾਰੇ ਨਹੀਂ ਸੁਣਿਆ। ਇਹ ਮੂਸਾ ਦਾ ਖੁਦਾ ਸਾਰੀ ਕਾਇਨਾਤ ਦਾ ਬਣਾਉਣ ਵਾਲਾ ਹੈ। ਮੇਰਾ ਨਹੀਂ ਖਿਆਲ ਕਿ ਉਹਦੇ ਲਈ ਆਸਮਾਨੋਂ ਰੋਟੀ ਸੁੱਟਣਾ ਮੁਸ਼ਕਲ ਹੈ। ਚਲੋ ਵੇਲਾ ਹੋ ਗਿਆ ਹੈ, ਚੱਲ ਕੇ ਵੇਖਦੇ ਹਾਂ। ਆਸਮਾਨੋਂ ਰੋਟੀ ਬਿਲਕੁਲ ਐਵੇਂ ਜਿਵੇਂ ਉਸਨੇ ਕਿਹਾ ਸੀ। ਅਸੀਂ ਹਮੇਸ਼ਾ ਸ਼ੱਕ ਕਿਉਂ ਕਰਦੇ ਹਾਂ? ਵੇਖੋ, ਇਹ ਹਰ ਥਾਂ ਮੌਜੂਦ ਹੈ। ਓਏ ਤਾਂ ਬੜੀ ਸਵਾਦੀ ਹੈ। ਇਹਦਾ ਸਵਾਦ ਸ਼ਹਿਦ ਵਰਗਾ ਹੈ। ਸੱਚ ਹੈ ਕਿ ਯਹੋਵਾ ਖੁਦਾ ਹੈ ਤੇ ਮੂਸਾ ਉਸ ਦਾ ਨਬੀ। ਜਦੋਂ ਤੱਕ ਉਹ ਉਜਾੜ 'ਚ ਰਹੇ, ਖੁਦਾਵੰਦ ਉਹਨਾਂ ਨੂੰ ਫਰਿਸ਼ਤਿਆਂ ਦੀ ਆਸਮਾਨੀ ਖੁਰਾਕ ਨਾਲ ਰਜਾਂਦਾ ਰਿਹਾ। ਜਦ ਤੀਕਰ ਬਦਲ ਦਾ ਸਤੂਨ ਉਹਨਾਂ ਦੇ ਡੇਰੇ ਕੋਲ ਖੜਾ ਰਿਹਾ, ਅਬਰਾਨੀ ਪਾਣੀ ਦੇ ਚਸ਼ਮਿਆਂ ਕੋਲ ਰੁਕੇ ਰਹੇ ਤੇ ਆਸਮਾਨੀ ਖੁਰਾਕ ਖਾਂਦੇ ਰਹੇ। ਪਰ ਜਿਵੇਂ ਹੀ ਬੱਦਲ ਚੱਲਣਾ ਸ਼ੁਰੂ ਕਰਦਾ, ਉਹ ਆਪਣੇ ਖੈਮੇ ਇਕੱਠੇ ਕਰਕੇ ਉਸ ਦਾ ਪਿੱਛਾ ਕਰਦੇ ਹੋਏ ਨਾਮਾਲੂਮ ਬਿਆਬਾਨਾਂ ਵੱਲ ਨਿਕਲ ਜਾਂਦੇ। ਪਰ ਇੱਕ ਅਜਿਹਾ ਵੇਲਾ ਵੀ ਆਇਆ ਜਦੋਂ ਉਹਨਾਂ ਕੋਲ ਪਾਣੀ ਮੁੱਕ ਗਿਆ। ਕਿਉਂ ਜੋ ਉਹ ਸਾਨੂੰ ਰੋਟੀ ਦਿੰਦਾ ਏ, ਇਸ ਲਈ ਉਹ ਸਾਨੂੰ ਤਰਹਾਇਆ ਮਾਰੇਗਾ। ਮੇਰੀ ਨਿੱਕੀ ਧੀ ਮਰ ਜਾਵੇਗੀ ਜੇ ਸਾਨੂੰ ਛੇਤੀ ਪਾਣੀ ਨਾ ਮਿਲਿਆ। ਸਾਨੂੰ ਮਿਸਰ ਵਿੱਚ ਹੀ ਰਹਿਣਾ ਚਾਹੀਦਾ ਸੀ। 1-2 ਦਿਨਾਂ ਵਿੱਚ ਸਾਰੇ ਜਾਨਵਰ ਮਰਨੇ ਸ਼ੁਰੂ ਹੋ ਜਾਣਗੇ ਤੇ ਫਿਰ ਸਾਡੇ ਬਾਲ ਮਰਨਾ ਸ਼ੁਰੂ ਹੋਣਗੇ। ਇੰਜ ਹੋਇਆ ਤੇ ਅਸੀਂ ਪੱਥਰ ਮਾਰ ਕੇ ਤੈਨੂੰ ਜਾਨੋਂ ਮਾਰ ਦਿਆਂਗੇ। ਕੀ ਖੁਦਾਵੰਦ ਸਾਡੇ ਨਾਲ ਹੈ ਕਿ ਨਹੀਂ? ਮੈਂ ਜਾਵਾਂਗਾ ਤੇ ਯਹੋਵਾ ਦੇ ਨਾਲ ਗੱਲ ਕਰਾਂਗਾ। ਖੁਦਾਵੰਦ ਨੇ ਮੂਸਾ ਨੂੰ ਦੱਸਿਆ ਕਿ ਕੀ ਕਰਨਾ ਹੈ। ਆਓ ਤੇ ਯਹੋਵਾ ਦੀ ਤਾਕਤ ਵੇਖੋ। ਤੁਸੀਂ ਉਹਦੇ ਤੇ ਈਮਾਨ ਨਹੀਂ ਲਿਆਂਦੇ ਤੇ ਉਹਦੇ ਨਾਲ ਸ਼ਿਕਾਇਤਾਂ ਕਰਦੇ ਤੇ ਨਾਰਾਜ਼ ਕਰਦੇ ਹੋ। ਉਹਨੇ ਤੁਹਾਨੂੰ ਖਾਣ ਨੂੰ ਰੋਟੀ ਦਿੱਤੀ ਤੇ ਹੁਣ ਇਸ ਬੰਜਰ ਚਟਾਨ ਚੋਂ ਪਾਣੀ ਦੇ ਰਿਹਾ ਹੈ। ਪਾਣੀ ਦਰਿਆ ਵਾਂਗੂ ਵਗਣ ਲੱਗਾ। ਬੱਦਲ ਮੁੜ ਕੇ ਤੁਰਿਆ ਤੇ ਅਬਰਾਨੀ ਉਹਦੇ ਮਗਰ ਜੋ ਆਪਣਾ ਸਮਾਨ ਇਕੱਠਾ ਕਰਕੇ ਉਜਾੜਾਂ ਵਿੱਚ ਇੱਕ ਪਹਾੜ ਜੋ ਸੀਨਾ ਖਵਾਉਂਦਾ ਸੀ ਵੱਲ ਚੱਲ ਪਏ। ਉੱਥੇ ਮੂਸਾ ਨੇ ਦੁਆ ਕੀਤੀ ਤੇ ਖੁਦਾਵੰਦ ਨੇ ਫੇਰ ਉਸ ਨਾਲ ਗੱਲ ਕੀਤੀ। ਇਹਨਾਂ ਨੂੰ ਯਾਦ ਕਰਵਾ ਕਿ ਕਿਵੇਂ ਮੈਂ ਉਹਨਾਂ ਨੂੰ ਮਿਸਰੀਆਂ ਤੋਂ ਛੁਡਾਇਆ ਤੇ ਆਜ਼ਾਦ ਕਰਵਾਇਆ। ਉਹਨਾਂ ਨੂੰ ਖੁਰਾਕ ਤੇ ਚਟਾਨ ਵਿੱਚੋਂ ਪਾਣੀ ਦਿੱਤਾ। ਇਹਨਾਂ ਨੂੰ ਦੱਸ ਕਿ ਜੇ ਉਹ ਮੇਰੇ ਹੁਕਮਾਂ ਨੂੰ ਮੰਨਣਗੇ ਤਾਂ ਇਸ ਜ਼ਮੀਨ ਤੇ ਦੂਜੀਆਂ ਕੌਮਾਂ ਤੋਂ ਵੱਧ ਕੇ ਮੇਰੇ ਖਾਸ ਲੋਕ ਹੋਣਗੇ ਤੇ ਜੇ ਉਹ ਫਰਮਾਬਰਦਾਰੀ ਕਰਨਗੇ ਤਾਂ ਕਹਾਨਾਂ ਦਾ ਰਾਜ ਹੋਏਗਾ। ਮੂਸਾ, ਜਦੋਂ ਮੈਂ ਤੇਰੇ ਨਾਲ ਗੱਲ ਕਰਾਂ ਤਾਂ ਇੱਕ ਗਹਿਰੇ ਬੱਦਲ ਦੀ ਸ਼ਕਲ ਵਿੱਚ ਆਵਾਂਗਾ ਤਾਂ ਜੋ ਲੋਕ ਵੇਖ ਸਕਣ ਤੇ ਸੁਣ ਸਕਣ ਤੇ ਜਾਣਨ ਕਿ ਮੈਂ ਹਾਂ। ਮੂਸਾ ਪਹਾੜੋਂ ਲੱਥਾ ਤੇ ਆਪਣੇ ਲੋਕਾਂ ਨੂੰ ਸਭ ਦੱਸਿਆ ਜੋ ਖੁਦਾਵੰਦ ਨੇ ਫਰਮਾਇਆ ਸੀ। ਅਸੀਂ ਪਿਆਰ ਵੀ ਕਰਾਂਗੇ ਤੇ ਉਹ ਸਭ ਕੁਝ ਵੀ ਕਰਾਂਗੇ ਜਿਸ ਦਾ ਹੁਕਮ ਖੁਦਾ ਨੇ ਦਿੱਤਾ ਹੈ। ਫਿਰ ਜਾਓ ਤੇ ਆਪਣੇ ਕੱਪੜੇ ਤੇ ਜਿਸਮਾਂ ਨੂੰ ਧੋ ਕੇ ਆਪਣੇ ਆਪ ਨੂੰ ਖੁਦਾ ਦੀ ਇਬਾਦਤ ਲਈ ਤਿਆਰ ਕਰੋ। ਅੱਜ ਤੋਂ 3 ਦਿਨ ਬਾਅਦ ਖੁਦਾ ਤੁਹਾਡੇ ਕੋਲ ਆਵੇਗਾ। ਜਿਵੇਂ ਕਿ ਖੁਦਾ ਨੇ ਹੁਕਮ ਦਿੱਤਾ ਸੀ, ਤੀਜੇ ਦਿਨ ਉਹ ਲੋਕ ਖੁਦਾ ਦਾ ਕਲਾਮ ਸੁਣਨ ਦੀ ਉਡੀਕ ਵਿੱਚ ਪਹਾੜ ਦੇ ਸਾਹਮਣੇ ਇਕੱਠੇ ਹੋਏ। ਇੱਕ ਅਜਬ ਜਿਹੇ ਬੱਦਲ ਨੇ ਪਹਾੜ ਨੂੰ ਕੱਜ ਲਿਆ ਤੇ ਫੇਰ ਮੂਸਾ ਪਹਾੜ ਦੇ ਉੱਤੇ ਆ। ਮੂਸਾ, ਮੈਂ ਯਹੋਵਾ ਖੁਦਾ ਹਾਂ ਜੋ ਤੈਨੂੰ ਮਿਸਰ ਦੀ ਜ਼ਮੀਨ ਤੋਂ ਕੱਢ ਕੇ ਲਿਆਇਆ। ਜਦੋਂ ਤੂੰ ਥੱਲੇ ਜਾਏ ਤਾਂ ਉਸ ਪਹਾੜ ਦੇ ਆਲੇ ਦੁਆਲੇ ਵਾੜ ਲਾ ਦੇਵੀਂ। ਜੇ ਬਾਕੀ ਲੋਕਾਂ ਨੇ ਇਸ ਪਹਾੜ ਨੂੰ ਛੂਇਆ ਤਾਂ ਉਹ ਮਰ ਜਾਣਗੇ। ਮੈਂ ਤੈਨੂੰ 10 ਹੁਕਮ ਦਿਆਂਗਾ
ਜੋ ਤੂੰ ਇਹਨਾਂ ਨੂੰ ਜ਼ਰੂਰ ਦੱਸੀ। ਤੂੰ ਮੇਰੇ ਸਾਹਮਣੇ ਦੂਜੇ ਖੁਦਾਵਾਂ ਨੂੰ ਨਾ ਮੰਨੀ। ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਈ। ਤੂੰ ਆਪਣੇ ਖੁਦਾਵੰਦ ਆਪਣੇ ਖੁਦਾ ਦਾ ਨਾਮ ਬੇਫਾਇਦਾ ਨਾ ਲੈਣਾ। ਯਾਦ ਕਰਕੇ ਤੂੰ ਸਬਤ ਦਾ ਦਿਨ ਪਾਕ ਮੰਨੀ। ਤੂੰ ਆਪਣੇ ਬਾਪ ਤੇ ਆਪਣੀ ਮਾਂ ਦੀ ਇੱਜ਼ਤ ਕਰੀ। ਤੂੰ ਖੂਨ ਨਾ ਕਰੀ। ਤੂੰ ਜ਼ਿਨਾ ਨਾ ਕਰੀ। ਤੂੰ ਚੋਰੀ ਨਾ ਕਰੀ। ਤੂੰ ਆਪਣੇ ਗਵਾਂਢੀ ਦੇ ਖਿਲਾਫ ਝੂਠੀ ਗਵਾਹੀ ਨਾ ਦੇਈ। ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਚ ਨਾ ਕਰੀ। ਜਦੋਂ ਮੂਸਾ ਪਹਾੜੋਂ ਥੱਲੇ ਉਤਰਿਆ ਤਾਂ ਉਹਨੇ ਇਸਰਾਈਲ ਦੇ 70 ਬਜ਼ੁਰਗਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੂੰ ਖੁਦਾ ਦੇ 10 ਹੁਕਮਾਂ ਬਾਰੇ ਦੱਸਿਆ। ਤੁਸੀਂ ਸਾਰੇ 70 ਲੋਕ ਮੇਰੇ ਨਾਲ ਪਹਾੜ ਵੱਲ ਫੇਰ ਜਾਓਗੇ। ਉੱਥੇ ਖੁਦਾਵੰਦ ਤੁਹਾਨੂੰ ਮਿਲੇਗਾ ਜਿਵੇਂ ਮੈਨੂੰ ਮਿਲਿਆ ਹੈ। ਤੁਸੀਂ ਇਹ ਸਭ ਕੁਝ ਆਪਣੀ ਅੱਖੀਂ ਵੇਖੋਗੇ, ਪਰ ਮੈਨੂੰ ਸਭ ਤੋਂ ਪਹਿਲਾਂ ਇਹ ਹੁਕਮ ਜੋ ਖੁਦਾ ਨੇ ਦਿੱਤੇ ਨੇ ਇੱਕ ਕਿਤਾਬ ਵਿੱਚ ਲਿਖਣੇ ਚਾਹੀਦੇ ਨੇ। ਇਹ ਚੰਗੇ ਹੁਕਮ ਨੇ। ਅਸੀਂ ਇਹ ਮੰਨਾਂਗੇ। ਮੂਸਾ ਨੇ ਬੜੇ ਧਿਆਨ ਨਾਲ ਉਹ ਸਾਰੀਆਂ ਗੱਲਾਂ ਜੋ ਖੁਦਾਵੰਦ ਨੇ ਫਰਮਾਈਆਂ ਸਨ ਲਿਖੀਆਂ। ਖੁਦਾ ਦੀ ਰੂਹ ਨੇ ਉਸ ਦੀ ਬੜੀ ਮਦਦ ਕੀਤੀ ਤਾਂ ਜੇ ਕੋਈ ਗਲਤੀ ਨਾ ਹੋਏ। ਜਦੋਂ ਮੂਸਾ ਨੇ ਖੁਦਾ ਦਾ ਕਲਾਮ ਲਿਖਣਾ ਖਤਮ ਕੀਤਾ, ਉਹਨੇ ਸਭ ਲੋਕਾਂ ਨੂੰ ਇਕੱਠਿਆਂ ਕੀਤਾ ਤੇ ਖੁਦਾ ਦਾ ਕਲਾਮ ਉਹਨਾਂ ਨੂੰ ਪੜ੍ਹ ਕੇ ਸੁਣਾਇਆ। ਜੋ ਕੁਝ ਖੁਦਾਵੰਦ ਨੇ ਫਰਮਾਇਆ ਹੈ ਚੰਗਾ ਹੈ ਤੇ ਅਸੀਂ ਇਹ ਜ਼ਰੂਰ ਮੰਨਾਂਗੇ। ਤੇ ਫਿਰ ਇਸਰਾਈਲੀ ਕੌਮ ਨੇ ਖੁਦਾਵੰਦ ਨਾਲ ਵਾਅਦਾ ਕੀਤਾ। ਖੁਦਾਵੰਦ ਉਹਨਾਂ ਨੂੰ ਬਰਕਤ ਦੇਵੇਗਾ, ਜ਼ਿੰਦਗੀ ਦੇਵੇਗਾ ਤੇ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਤੋਂ ਨਜਾਤ ਦਿਵਾਏਗਾ ਤੇ ਉਹ ਸਿੱਧੇ ਰਾਹ ਤੇ ਜ਼ਿੰਦਗੀ ਗੁਜ਼ਾਰਦੇ ਹੋਏ ਉਹਦੇ ਹੁਕਮਾਂ ਦੀ ਫਰਮਾਬਰਦਾਰੀ ਕਰਨਗੇ। ਖੁਦਾਵੰਦ ਨੇ ਮੂਸਾ ਨੂੰ ਹੁਕਮ ਦਿੱਤਾ ਕਿ ਉਹ ਖੂਨ ਦੀ ਕੁਰਬਾਨੀ ਕਰੇ ਤੇ ਲੋਕਾਂ ਤੇ ਉਹਦਾ ਖੂਨ ਛਿੜਕੇ। ਸਾਰੇ ਗੁਨਾਹਗਾਰ ਸਨ, ਮੌਤ ਦੇ ਹੱਕਦਾਰ। ਹਾਲਾਂਕਿ ਮੂਸਾ ਤੇ ਹਾਰੂਨ ਨੇ, ਪਰ ਖੁਦਾ ਬਹੁਤ ਮਿਹਰਬਾਨ ਸੀ। ਉਹਨੇ ਉਹਨਾਂ ਦੀ ਨਜਾਤ ਦਾ ਰਾਹ ਕੱਢਿਆ, ਮਾਸੂਮ ਭੇਡ ਜ਼ਿਬਾ ਕਰਕੇ ਤੇ ਉਹਦਾ ਖੂਨ ਪੂਰੀ ਕੌਮ ਤੇ ਛਿੜਕ ਕੇ। ਖੁਦਾ ਨੇ ਉਹਨਾਂ ਦੇ ਗੁਨਾਹ ਮਾਫ ਕੀਤੇ ਤੇ ਉਹਨਾਂ ਨੂੰ ਮਾਰਿਆ ਨਹੀਂ ਜਿਸ ਦੇ ਉਹ ਹੱਕਦਾਰ ਸਨ। ਤੇ ਭੇਡ ਜੋ ਮੌਤ ਦੀ ਹੱਕਦਾਰ ਨਹੀਂ ਸੀ, ਉਹਨਾਂ ਲੋਕਾਂ ਦੀ ਥਾਂ ਤੇ ਹਲਾਲ ਹੋਈ ਜੋ ਕਿ ਮੌਤ ਦੇ ਹੱਕਦਾਰ ਸਨ। ਹੁਣ ਤੁਹਾਡੇ ਗੁਨਾਹ ਟੱਕੇ ਗਏ ਨੇ। ਤੁਸੀਂ 70 ਲੋਕ ਮੇਰੇ ਨਾਲ ਪਹਾੜ ਤੇ ਚੱਲੋਗੇ ਤੇ ਖੁਦਾਵੰਦ ਦਾ ਜਲਾਲ ਵੇਖੋਗੇ। ਤੇ ਫਿਰ ਇਸਰਾਈਲ ਦੇ 70 ਬਜ਼ੁਰਗ ਪਹਾੜ ਤੀਕ ਮੂਸਾ ਦੇ ਮਗਰ ਗਏ ਜਿੱਥੇ ਖੁਦਾਵੰਦ ਨੇ ਮੂਸਾ ਨਾਲ ਕਲਾਮ ਕੀਤਾ। ਅਚਨਚੇਤ ਉਹਨਾਂ ਦੇ ਸਾਹਮਣੇ ਖੁਦਾਵੰਦ ਦਾ ਦਸਤ ਜ਼ਾਹਿਰ ਹੋਇਆ। ਓ ਖੁਦਾ ਦਾ ਜਲਾਲ! 70 ਬਜ਼ੁਰਗਾਂ ਨੇ ਮੂਸਾ ਨੂੰ ਪਹਾੜ ਤੇ ਚੜ੍ਹਦਿਆਂ ਤੇ ਉਹਨੂੰ ਖੁਦਾਵੰਦ ਦੇ ਨੂਰਾਨੀ ਜਲਾਲ ਵਿੱਚ ਗੁੰਮ ਹੁੰਦੇ ਵੇਖਿਆ। ਇੰਨਾ ਸੋਹਣਾ ਨਜ਼ਾਰਾ ਤੇ ਜਲਾਲ। ਮੂਸਾ ਜਿਹਾ ਕੋਈ ਬੰਦਾ ਨਹੀਂ ਜੋ ਖੁਦਾਵੰਦ ਦੇ ਨਾਲ ਆਮਨੇ ਸਾਹਮਣੇ ਗੱਲ ਕਰ ਸਕੇ। ਮੂਸਾ, ਤੂੰ ਲੋਕਾਂ ਨੂੰ ਨਾਲ ਲੈ ਕੇ ਇੱਕ ਖੈਮਾ ਇਜਤਮਾ ਬਣਾ ਜਿੱਥੇ ਉਹ ਮੇਰੀ ਪੂਜਾ ਕਰ ਸਕਣ। ਉਹਦੇ ਅੰਦਰ ਇੱਕ ਮਜ਼ਬਾ ਹੋਏਗਾ ਜਿੱਥੇ ਲੋਕ ਕੁਰਬਾਨੀਆਂ ਚੜਾਣਗੇ ਤੇ ਇੱਕ ਪਾਕ ਤਰੀਨ ਮਕਾਮ ਹੋਏਗਾ ਜਿੱਥੇ ਮੈਂ ਤੇਰੀਆਂ ਆਉਣ ਵਾਲੀਆਂ ਨਸਲਾਂ ਨਾਲ ਸਾਲ ਵਿੱਚ ਇੱਕ ਵਾਰ ਸਰਦਾਰ ਕਾਹਨ ਨਾਲ ਮਿਲਣ ਆਇਆ ਕਰਾਂਗਾ। ਮੈਂ ਤੈਨੂੰ ਪੂਰੇ ਤੌਰ ਤੇ ਦੱਸਾਂਗਾ ਕਿ ਇਹ ਖੈਮਾ ਇਜਤਮਾ ਕਿਵੇਂ ਬਣਾਉਣਾ ਹੈ। ਲਾਵੀ ਦੇ ਕਬੀਲੇ ਤੋਂ ਮੇਰੇ ਕਾਹਨ ਹੋਣਗੇ, ਹਾਰੂਨ ਤੇ ਉਸ ਤੋਂ ਬਾਅਦ ਉਹਦੇ ਬੱਚੇ ਸਰਦਾਰ ਕਾਹਨ ਹੋਣਗੇ। ਉਹ ਲੋਕਾਂ ਨੂੰ ਸਿੱਧੇ ਰਾਹ ਦੀ ਤਾਲੀਮ ਦੇਣਗੇ ਤੇ ਜਦੋਂ ਲੋਕ ਗੁਨਾਹ ਕਰਨਗੇ ਤਾਂ ਉਹ ਕੁਰਬਾਨੀਆਂ ਕਰਨਗੇ। ਕਈ ਹਫ਼ਤੇ ਪਹਿਲਾਂ ਉਹ ਇਸ ਪਹਾੜ ਦੀ ਅੱਗ ਵਿੱਚ ਗਾਇਬ ਹੋਇਆ ਸੀ। ਹੁਣ ਤੱਕ ਤੇ ਉਹ ਮਰ ਚੁੱਕਿਆ ਹੋਵੇਗਾ। ਹਾਂ, ਅਸੀਂ ਇਸ ਜਾੜ ਵਿੱਚ ਹਮੇਸ਼ਾ ਲਈ ਨਹੀਂ ਰਹਿ ਸਕਦੇ। ਸਾਨੂੰ ਇੱਕ ਖੁਦਾ ਦੀ ਲੋੜ ਹੈ ਜੋ ਸਾਡੀ ਰਹਿਨੁਮਾਈ ਕਰੇ ਜਿਵੇਂ ਕਿ ਮੂਸਾ ਕਰਦਾ ਸੀ। आओ अपने खुदा लिए एक सोने की मूर्त बनाइए। ਮੂਸਾ ਮਰ ਗਿਆ ਏ, ਪਰ ਹੁਣ ਸਾਡੇ ਲਈ ਇੱਕ ਸੋਨੇ ਦਾ ਖੁਦਾ ਬਣਾਏਗਾ ਜੋ ਸਾਨੂੰ ਫਿਰ ਮਿਸਰ ਲੈ ਕੇ ਜਾਵੇਗਾ। ਸਾਨੂੰ ਆਪਣਾ ਸੋਨਾ ਦੇ ਦਿਓ। ਝੱਲਿਆਂ ਨੇ ਆਪਣੇ ਹੱਥਾਂ ਨਾਲ ਇੱਕ ਢੱਗੇ ਦਾ ਮੁਜੱਸਮਾ ਬਣਾਇਆ ਤੇ ਉਹਨੂੰ ਖੁਦਾ ਕਿਹਾ। ਸ਼ੈਤਾਨ ਦੀ ਅਸਲ ਸ਼ਕਲ ਗੁਨਾਹ ਕਰਨ ਤੋਂ ਪਹਿਲੇ ਇੱਕ ਢੱਗੇ ਦੀ ਸੀ। ਉਂਝ ਲੋਕਾਂ ਨੂੰ ਇਹ ਪਤਾ ਨਹੀਂ ਸੀ ਕਿ ਸ਼ੈਤਾਨ ਨੇ ਉਹਨਾਂ ਨੂੰ ਆਪਣੀ ਇਬਾਦਤ ਲਈ ਰਾਜ਼ੀ ਕਰ ਲਿਆ ਹੈ। ਹਾਰੂਨ ਨੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਮੰਨਿਆ ਤੇ ਉਹਨਾਂ ਲਈ ਇੱਕ ਸੋਨੇ ਦਾ ਖੁਦਾ ਬਣਾਉਣ 'ਚ ਮਦਦ ਕੀਤੀ।
ਇਹ ਤੁਹਾਡਾ ਖੁਦਾ ਏ ਜੋ ਤੁਹਾਨੂੰ ਮਿਸਰ ਦੀ ਜ਼ਮੀਨ ਤੋਂ ਕੱਢ ਕੇ ਲਿਆਇਆ। ਕੱਲ ਅਸੀਂ ਇੱਕ ਬਹੁਤ ਵੱਡੀ ਕੁਰਬਾਨੀ ਦੇਵਾਂਗੇ ਤੇ ਯਹੋਵਾ ਦੀ ਇਬਾਦਤ ਕਰਾਂਗੇ। ਹਾਰੂਨ ਬਹੁਤ ਹੀ ਮੂਰਖ ਸੀ। ਉਹਨੂੰ ਪਤਾ ਸੀ ਕਿ ਉਹ ਸ਼ਬੀਹ ਖੁਦਾ ਦੀ ਨਹੀਂ ਹੋ ਸਕਦੀ, ਪਰ ਉਹ ਲੋਕਾਂ ਤੋਂ ਡਰ ਗਿਆ ਸੀ। ਖੁਦਾਵੰਦ ਨੇ ਉਹਨਾਂ ਨੂੰ ਪਹਿਲਾਂ ਹੀ ਹੁਕਮ ਦਿੱਤਾ ਸੀ ਕਿ ਕੋਈ ਵੀ ਘੜੀ ਹੋਈ ਮੂਰਤ ਬਣਾ ਕੇ ਉਸ ਦੀ ਇਬਾਦਤ ਨਾ ਕਰਨ, ਪਰ ਉਹ ਆਪਣੇ ਤਸਵਰਾਂ ਦੀ ਪੈਰਵੀ ਕਰ ਰਹੇ ਸਨ। ਲੋਕਾਂ ਨੱਚਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਆਪ ਨੂੰ ਨੰਗਾ ਕਰ ਲਿਆ। ਉਹ ਨਸ਼ੇ ਵਿੱਚ ਧੁੱਤ ਹੋ ਕੇ ਬਦਕਾਰੀ ਕਰਨਾ ਸ਼ੁਰੂ ਹੋ ਗਏ। ਪਰਮੇਸ਼ਵਰ ਉਹਨਾਂ ਸਭਨਾਂ ਨੂੰ ਬਰਬਾਦ ਕਰਨ ਲਈ ਤਿਆਰ ਸੀ ਤੇ ਉਹਨਾਂ ਨੂੰ ਅੱਗ ਵਿੱਚ ਸੁੱਟਣ ਲੱਗਾ ਸੀ, ਜਿਹੜੀ ਉਹਨੇ ਸ਼ੈਤਾਨ ਤੇ ਉਸਦੇ ਚੇਲਿਆਂ ਲਈ ਤਿਆਰ ਕੀਤੀ ਸੀ। ਪਰਮੇਸ਼ਵਰ ਨੇ ਮੂਸਾ ਨਾਲ ਗੱਲ ਕੀਤੀ ਤੇ ਫਰਮਾਇਆ, ਥੱਲੇ ਜਾ, ਲੋਕਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ। ਉਹਨਾਂ ਨੇ ਆਪਣੇ ਆਪ ਨੂੰ ਨੰਗਾ ਕਰ ਲਿਆ ਹੈ ਤੇ ਇੱਕ ਬੁੱਤ ਦੇ ਅੱਗੇ ਨੱਚਦੇ ਪਏ ਨੇ। ਮੈਨੂੰ ਇਹਨਾਂ ਸਾਰਿਆਂ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ। ਉਹਨਾਂ ਦੇ ਦਿਲ ਬਹੁਤ ਸਖਤ ਨੇ ਤੇ ਉਹ ਰਾਸਤਬਾਜ਼ੀ ਦੇ ਕੰਮ ਨਹੀਂ ਕਰਦੇ। ਮੂਸਾ ਨੂੰ ਗੁੱਸਾ ਆਇਆ ਜਦੋਂ ਉਹਨੇ ਵੇਖਿਆ ਕਿ ਲੋਕ ਖੁਦਾ ਨੂੰ ਭੁੱਲ ਚੁੱਕੇ ਨੇ ਤੇ ਆਪਣੇ ਲਈ ਇੱਕ ਬੁੱਤ ਘੜ ਲਿਆ ਹੈ। ਤੁਸਾਂ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਿਆ ਏ। ਮੂਸਾ ਨੇ ਪੱਥਰ ਦੀਆਂ ਸਿਲਾਂ ਜਿਸ ਉੱਤੇ ਹੁਕਮ ਲਿਖੇ ਸਨ ਤੋੜ ਦਿੱਤੀਆਂ। ਕੀ ਖੁਦਾਵੰਦ ਨੇ ਇਹ ਫਰਮਾਇਆ ਸੀ ਕਿ ਤੁਸੀਂ ਯਹੋਵਾ ਦੇ ਇਲਾਵਾ ਕਿਸੇ ਨੂੰ ਖੁਦਾ ਨਾ ਮੰਨਣਾ? ਕੀ ਇੱਕ ਬੁੱਤ ਜਿਹਨੂੰ ਤੁਸੀਂ ਆਪਣੇ ਹੱਥਾਂ ਨਾਲ ਕੜਿਆ ਹੈ ਤੁਹਾਡਾ ਖਾਲਕ ਹੋ ਸਕਦਾ ਹੈ? ਮੂਸਾ ਨੇ ਸੋਨੇ ਦੇ ਟੱਗਿਆਂ ਨੂੰ ਭੰਨਿਆ ਤੇ ਉਹਨੂੰ ਪੀਹ ਕੇ ਬਾਰੀਕ ਕਰ ਦਿੱਤਾ। ਜੇ ਤੁਸੀਂ ਯਹੋਵਾ ਵਾਲੇ ਹੋ ਤਾਂ ਇਸ ਬੰਨੇ ਮੇਰੇ ਕੋਲ ਆ ਕੇ ਖਲੋ ਜਾਓ। ਜੇ ਤੁਸੀਂ ਮਿਸਰ ਦੇ ਖੁਦਾਵਾਂ ਦੀ ਇਬਾਦਤ ਕਰਨੀ ਹੈ ਤਾਂ ਉਧਰ ਹੀ ਖਲੋਤੇ ਰਹੋ। ਅਸੀਂ ਅਬਰਾਹਮ, ਇਜ਼ਹਾਕ ਤੇ ਯਕੂਬ ਦੀ ਪੈਰਵੀ ਕਰਾਂਗੇ। ਅਸੀਂ ਬੇਨਤੀ ਕਰਦੇ ਹਾਂ ਕਿ ਖੁਦਾ ਦੀ ਪੈਰਵੀ ਕਰੋ ਜਿਨੇ ਬਹਿਰੇ ਕੁਲਜ਼ਮ ਨੂੰ ਤੋਪਾੜ ਕੀਤਾ, ਭਾਵੇਂ ਉਹਦੀ ਕੋਈ ਸ਼ਬੀਹ ਨਹੀਂ ਹੈ। ਗੁਨਾਹ ਦੀ ਸਜ਼ਾ ਮੌਤ ਹੈ। ਯਹੋਵਾ ਖੁਦਾਵੰਦ ਫਰਮਾਂਦਾ ਹੈ ਕਿ ਇਹਨਾਂ ਨੂੰ ਮਰਨਾ ਚਾਹੀਦਾ ਹੈ। ਹੁਣ ਆਪਣੀਆਂ ਤਲਵਾਰਾਂ ਲਓ ਤੇ ਉਹਨਾਂ ਸਭਨਾਂ ਨੂੰ ਮੁਕਾ ਦਿਓ ਜੋ ਬੁੱਤਾਂ ਦੀਆਂ ਪੂਜਾ ਕਰਦੇ ਹਨ। ਉਸ ਦਿਹਾੜੇ 3000 ਬੁੱਤਾਂ ਦੇ ਪੁਜਾਰੀ ਤੇ ਬਦਕਾਰ ਮਾਰੇ ਗਏ। ਰਹਿਮ ਕਰੋ। ਮੂਸਾ ਪਹਾੜ ਤੇ ਗਿਆ ਤੇ ਖੁਦਾਵੰਦ ਨੇ ਇੱਕ ਵਾਰੀ ਫੇਰ ਪੱਥਰ ਦੀਆਂ 2 ਸਿਲਾਂ ਤੇ ਹੁਕਮ ਲਿਖੇ। ਜਦੋਂ ਮੂਸਾ ਥੱਲੇ ਉਤਰਿਆ ਤਾਂ ਉਹਨੇ ਖੁਦਾਵੰਦ ਦੇ ਹੁਕਮ ਵਿਖਾਏ ਤੇ ਲੋਕ ਉਹਨਾਂ ਦੀ ਫਰਮਾਬਰਦਾਰੀ ਲਈ ਰਾਜ਼ੀ ਹੋਏ। ਖੁਦਾਵੰਦ ਨੇ ਫਰਮਾਇਆ ਕਿ ਤੁਸੀਂ ਸਖਤ ਦਿਲ ਤੇ ਬਾਗੀ ਲੋਕ ਹੋ। ਜਦੋਂ ਤੁਸੀਂ ਗੁਨਾਹ ਕੀਤਾ ਤਾਂ ਉਸ ਨੇ ਫਰਮਾਇਆ ਕਿ ਉਹ ਤੁਹਾਨੂੰ ਸਾਰਿਆਂ ਨੂੰ ਮਾਰ ਦੇਵੇਗਾ, ਪਰ ਮੈਂ ਤੁਹਾਡੇ ਲਈ ਦੁਆ ਕੀਤੀ ਤੇ ਉਹ ਤੁਹਾਨੂੰ ਮਾਫ ਕਰ ਦੇਵੇਗਾ। ਖੁਦਾ ਸੱਚੀ ਮੁੱਚੀ ਰਹੀਮ ਤੇ ਮਾਫ ਕਰਨ ਵਾਲਾ ਹੈ। ਖੁਦਾਵੰਦ ਨੇ ਉਹਨਾਂ ਨੂੰ ਖੈਮਾ ਇਜਤਮਾ ਬਣਾਉਣ ਦੀ ਹਦਾਇਤ ਕੀਤੀ। ਜੇ ਅਸੀਂ ਇਹਨੂੰ ਉਹਦੇ ਦੱਸੇ ਹੋਏ ਤਰੀਕੇ ਮੁਤਾਬਕ ਬਣਾਵਾਂਗੇ ਤਾਂ ਉਹ ਸਾਨੂੰ ਇੱਥੇ ਮਿਲਣ ਲਈ ਆਵੇਗਾ, ਕਿਉਂ ਜੋ ਅਸੀਂ ਸਭ ਗੁਨਾਹਗਾਰ ਹਾਂ। ਖੁਦਾ ਨੇ ਸਾਡੇ ਆਪਣੇ ਤੱਕ ਰਸਾਈ ਵਾਸਤੇ ਇੱਕ ਰਸਤਾ ਬਣਾਇਆ ਹੈ। ਲਾਵੀ ਹਰ ਰੋਜ਼ ਖੂਨ ਦੀਆਂ ਕੁਰਬਾਨੀਆਂ ਚੜਾਉਣਗੇ। ਸਾਲ ਵਿੱਚ ਇੱਕ ਵਾਰੀ ਖੂਨ ਅਹਿਦ ਦੇ ਸੰਦੂਕ ਤੇ ਲਾਇਆ ਜਾਵੇਗਾ। ਜਦੋਂ ਖੁਦਾਵੰਦ ਅਹਿਦ ਦੇ ਸੰਦੂਕ ਤੇ ਵੇਖੇਗਾ, ਜਿਵੇਂ ਕਿ ਉਸ ਨੇ ਮਿਸਰ ਵਿੱਚ ਕੀਤਾ ਸੀ, ਉਹ ਸਾਡੇ ਗੁਨਾਹ ਮਾਫ ਕਰੇਗਾ ਤੇ ਅਸੀਂ ਨਹੀਂ ਮਰਾਂਗੇ। ਇਹ ਖੁਦਾਵੰਦ ਦਾ ਮਾਫ ਕਰਨ ਦਾ ਤਰੀਕਾ ਹੈ। ਤੇ ਇੰਜ ਪੰਡਾਲ ਬਣਾ ਲਿਆ ਗਿਆ ਤੇ ਕਾਹਨਾਂ ਨੇ ਰੋਜ਼ ਦੀਆਂ ਕੁਰਬਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪਰਮੇਸ਼ਵਰ ਨੇ ਉਹਨਾਂ ਦਾ ਈਮਾਨ ਵੇਖਿਆ ਤਾਂ ਜਾਨਵਰਾਂ ਦਾ ਖੂਨ ਪੇਸ਼ ਕਰ ਰਹੇ ਨੇ, ਤਾਂ ਖੁਦਾਵੰਦ ਨੇ ਉਹਨਾਂ ਦੇ ਗੁਨਾਹ ਮਾਫ ਕਰ ਦਿੱਤੇ। ਪਰ ਲੋਕ ਉਜਾੜਾਂ ਵਿੱਚ ਰਹਿਣ ਤੇ ਖੁਸ਼ ਨਹੀਂ ਸਨ, ਬਸ ਉਹਨਾਂ ਹਰ ਵੇਲੇ ਸ਼ਿਕਾਇਤ ਕੀਤੀ। ਇੱਕ ਦਿਹਾੜਾ ਐਸਾ ਵੀ ਆਇਆ ਕਿ ਉਹਨਾਂ ਦੀਆਂ ਸ਼ਿਕਾਇਤਾਂ ਤੇ ਬੇਦੀਨੀ ਹੱਦੋਂ ਵੱਧ ਗਈ ਤੇ ਉਹਨਾਂ ਨੇ ਪਰਮੇਸ਼ਵਰ ਨੂੰ ਅਦਾਲਤ ਲਈ ਉਭਾਰਿਆ। ਉਫ, ਦੇਖੋ ਸੱਪ, ਉਹ ਬਹੁਤ ਜ਼ਿਆਦਾ ਨੇ। ਖੁਦਾ ਨੇ ਵੱਡੀ ਗਿਣਤੀ ਵਿੱਚ ਜ਼ਹਿਰੀਲੇ ਸੱਪ ਉਹਨਾਂ ਦੇ ਖੈਮਿਆਂ ਵਿੱਚ ਉਹਨਾਂ ਦੇ ਗਰਮ ਗੋਸ਼ਤ ਦੀ ਤਲਾਸ਼ ਵਿੱਚ ਘੱਲੇ। ਖੁਦਾ ਰਹੀਮ ਹੈ, ਪਰ ਉਹ ਹਮੇਸ਼ਾ ਲਈ ਗੁਨਾਹ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। ਛੇਤੀ ਉਹਨਾਂ ਦੇ ਖੈਮੇ ਜ਼ਹਿਰੀਲੇ ਸੱਪਾਂ ਨਾਲ ਭਰ ਗਏ। ਖੁਦਾਵੰਦ ਸਾਡੀ ਮਦਦ ਕਰ। ਹਾਲਾਂਕਿ ਸੱਪ ਉਹਨਾਂ ਨੂੰ ਰਾਤ ਵੇਲੇ ਉਹਨਾਂ ਦੇ ਖੈਮਿਆਂ ਵਿੱਚੋਂ ਵੀ ਲੱਭ ਲੈਂਦੇ ਸਨ। ਮੇਰੀ ਮਦਦ ਕਰੋ, ਮੈਨੂੰ ਸੱਪ ਨੇ ਡੰਗ ਲਿਆ ਏ। ਨਹੀਂ ਨਹੀਂ ਯੂਆਬ,
ਹਾਲਾਂਕਿ ਬਾਲਾਂ ਨੂੰ ਵੀ ਆਪਣੇ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਭੁਗਤਣੀ ਪਈ। ਪੂਰੇ ਕੈਂਪ ਵਿੱਚ ਗਮ ਤੇ ਦੁੱਖ ਨਾਲ ਭਰੀ ਵਿੱਚੋਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ। ਗੁਨਾਹ ਦੀ ਮਜ਼ਦੂਰੀ ਬਹੁਤ ਖੌਫਨਾਕ ਹੈ। ਇਹ ਪਿਆ ਲੱਗਦਾ ਸੀ ਕਿ ਉਹ ਪੂਰੇ ਕੈਂਪ ਅੰਦਰ ਫੈਲ ਗਏ ਨੇ ਤੇ ਹਰ ਪਲ ਦੇ ਗੁਜ਼ਰਨ ਦੇ ਨਾਲ ਹਾਲਤ ਹੋਰ ਵੀ ਭੈੜੀ ਹੁੰਦੀ ਪਈ ਸੀ। ਕਈ ਪਹਿਲਾਂ ਹੀ ਮਰ ਚੁੱਕੇ ਸਨ। ਸਾਨੂੰ ਮੂਸਾ ਨੂੰ ਲੱਭਣਾ ਚਾਹੀਦਾ ਹੈ। ਪੱਕੀ ਗੱਲ ਕਿ ਇਹ ਖੁਦਾ ਦਾ ਕੰਮ ਹੈ। ਉਹ ਲੋਕਾਂ ਦੇ ਗੁਨਾਹਾਂ ਦੀ ਵਜ੍ਹਾ ਤੋਂ ਉਹਨਾਂ ਨਾਲ ਨਾਰਾਜ਼ ਹੈ। ਤੈਨੂੰ ਖੁਦਾ ਨਾਲ ਗੱਲ ਕਰਨੀ ਚਾਹੀਦੀ ਏ। ਅਸੀਂ ਇਸ ਸਜ਼ਾ ਦੇ ਹੱਕਦਾਰ ਹਾਂ, ਪਰ ਉਹਨੂੰ ਆਖ ਕਿ ਸਾਡੇ ਤੇ ਰਹਿਮ ਕਰੇ। ਲੋਕ ਕਦੋਂ ਜਾਣਨਗੇ ਕਿ ਖੁਦਾ ਉਹਨਾਂ ਗੁਨਾਹਾਂ ਤੇ ਸੰਜੀਦਾ ਹੈ? ਉਹਨਾਂ ਨੂੰ ਉਹਦੇ ਹੁਕਮ ਮੰਨਣੇ ਚਾਹੀਦੇ ਨੇ ਤੇ ਇੱਕ ਨੇਕ ਕੌਮ ਬਣਨਾ ਚਾਹੀਦਾ ਹੈ। ਐ ਖੁਦਾਵੰਦ, ਮਿਹਰਬਾਨੀ ਕਰਕੇ ਆਪਣੇ ਲੋਕਾਂ ਤੇ ਰਹਿਮ ਕਰ ਤੇ ਇਹਨਾਂ ਦੇ ਗੁਨਾਹ ਮੁਆਫ ਕਰ। ਜਾ ਇੱਕ ਤਾਂਬੇ ਦਾ ਅਜਦਹਾ ਬਣਾ, ਬਿਲਕੁਲ ਉਂਝੇ ਦਾ ਹੀ ਜਿੰਨੇ ਲੋਕਾਂ ਨੂੰ ਟੰਗਿਆ ਹੈ। ਉਹਨੂੰ ਇੱਕ ਬਾਸ ਤੇ ਖਿਲਾਰ ਤਾਂ ਜੇ ਸਭ ਉਹਨੂੰ ਵੇਖ ਸਕਣ। ਉਹਨਾਂ ਨੂੰ ਆਖ ਕਿ ਸਿਰਫ ਇਸ ਤਾਂਬੇ ਦੇ ਅਜਦਹਾਲ ਵੇਖਣ, ਉਹਨਾਂ ਨੂੰ ਤੁਰੰਤ ਸ਼ਿਫਾ ਮਿਲ ਜਾਏਗੀ। ਖੁਦਾਵੰਦ ਨੇ ਇੱਕ ਰਾਹ ਕੱਢਿਆ, ਬਸ ਇਸ ਤਾਂਬੇ ਦੇ ਜ਼ਹਾ ਵੱਲ ਵੇਖੋ ਤੇ ਅਸੀਂ ਠੀਕ ਹੋ ਜਾਵਾਂਗੇ। ਉਹ ਮਰਨ ਵਾਲਾ ਹੈ। ਨਹੀਂ, ਖੁਦਾ ਨੇ ਇੱਕ ਰਾਹ ਦਿੱਤਾ ਏ। ਆਪਣੀਆਂ ਅੱਖਾਂ ਖੋਲੋ ਤੇ ਵੇਖੋ, ਵੇਖੋ ਤੇ ਜਿੰਦੇ ਰਹੋ। ਇਹ ਇੱਕ ਮੌਜਜ਼ਾ ਹੈ। ਸਾਨੂੰ ਦੂਜਿਆਂ ਨੂੰ ਵੀ ਦੱਸਣਾ ਚਾਹੀਦਾ ਏ। ਇਹ ਮੇਰੇ ਲਈ ਕਾਰਾਮਤ ਸਾਬਤ ਹੋਇਆ ਹੈ। ਮੈਂ ਦੂਜਿਆਂ ਨੂੰ ਵੀ ਦੱਸਾਂਗਾ। ਵੇਖੋ ਤੇ ਜੀਵਤ ਰਹੋ। ਦੂਜਿਆਂ ਨੇ ਵੇਖਿਆ ਤੇ ਉਹ ਵੀ ਠੀਕ ਹੋ ਗਏ ਨੇ। ਤੁਸੀਂ ਇਹਨੂੰ ਇੱਕ ਝੂਠੀ ਆਸ ਦੇ ਕੇ ਕਾਹਤੋਂ ਤਕਲੀਫ ਦੇ ਰਹੇ ਹੋ? ਕੀ ਤੁਸੀਂ ਵੇਖ ਸਕਦੇ ਹੋ ਕਿ ਉਹ ਮਰਦਾ ਪਿਆ ਸੀ? ਤੂੰ ਕਿਉਂ ਮੈਨੂੰ ਇਹ ਬੇਵਕੂਫਾਂ ਵਾਲੀਆਂ ਗੱਲਾਂ ਸੁਣਾ ਕੇ ਤੰਗ ਕਰ ਰਹੇ ਹੋ? ਉਹ ਮਰ ਗਿਆ ਹੈ। ਮੈਨੂੰ ਅਫਸੋਸ ਹੈ ਕਿ ਉਹਨੇ ਯਕੀਨ ਨਹੀਂ ਕੀਤਾ। ਉਸ ਵਿੱਚ ਬੜਾ ਗਰੂਰ ਸੀ। ਇੱਕ ਵਾਰੀ ਫੇਰ ਲੋਕਾਂ ਨੇ ਖੁਦਾਵੰਦ ਦੀ ਕੁਦਰਤ ਵੇਖੀ। ਕੈਂਪ ਤੋਂ ਸਾਰੇ ਸਭ ਚਲੇ ਗਏ ਤੇ ਜ਼ਿੰਦਗੀ ਆਪਣੀ ਡਗਰ ਤੇ ਵਾਪਸ ਆ ਗਈ। ਪਰ ਲੋਕ ਫਿਰ ਵੀ ਖੁਦਾਵੰਦ ਦੇ ਹੁਕਮਾਂ ਨੂੰ ਭੁੱਲ ਕੇ ਆਪਣੀਆਂ ਰਾਹਾਂ ਤੇ ਚੱਲਦੇ ਰਹੇ। ਬਨੀ ਇਸਰਾਈਲ ਨੇ ਬੱਦਲਾਂ ਦਾ ਪਿੱਛਾ ਕੀਤਾ। ਖੁਦਾ ਨੇ ਆਸਮਾਨ ਤੋਂ ਮਨ ਘੱਲ ਕੇ ਉਹਨਾਂ ਦੀ ਖੁਰਾਕ ਦਾ ਬੰਦੋਬਸਤ ਕੀਤਾ ਤੇ ਉਹਨਾਂ ਨੂੰ ਪਾਣੀ ਪੀਣ ਲਈ ਪਾਣੀ ਵੀ ਦਿੱਤਾ। ਉਹ ਇਹਨਾਂ ਨੂੰ ਉਹਨਾਂ ਦੇ ਦੇਸ਼ ਜਲਦ ਲੈ ਜਾਂਦਾ, ਪਰ ਉਹ ਨਾਫਰਮਾਬਰਦਾਰ ਰਹੇ ਤੇ ਉਸ ਦੇ ਹੁਕਮਾਂ ਦੀ ਤਾਮੀਲ ਨਾ ਕੀਤੀ ਤੇ ਖੁਦਾਵੰਦ 40 ਸਾਲਾਂ ਤੀਕ ਉਜਾੜਾਂ ਵਿੱਚ ਘੁਮਾਉਂਦਾ ਰਿਹਾ। ਮੂਸਾ, ਤੂੰ ਕੀ ਸਮਝਦਾ ਕਿ ਤੂੰ ਇਕੱਲਾ ਹੀ ਖੁਦਾ ਦੇ ਨੇੜੇ ਆ? ਅਸੀਂ ਵੀ ਇੰਜ ਪਾਕ ਆ ਜਿਵੇਂ ਤੂੰ। ਅਸਲ ਵਿੱਚ ਸਾਰੀ ਜਮਾਤ ਹੀ ਪਾਕ ਹੈ। ਸਾਡੇ ਵਿਚਾਲੇ ਕੋਈ ਵੀ ਗੁਨੇਗਾਰ ਨਹੀਂ ਬਚਿਆ ਤੇ ਖੁਦਾ ਸਾਡੇ ਵਿਚਕਾਰ ਆ ਮੌਜੂਦ ਹੁੰਦਾ ਹੈ। ਹੁਣ ਸਾਨੂੰ ਸਿਰਫ ਇਹ ਦੱਸਣ ਲਈ ਕਿ ਸਾਨੂੰ ਕੀ ਕਰਨਾ ਚਾਹੀਦਾ ਤੇ ਸਾਡਾ ਇਨਸਾਫ ਕਰਨ ਲਈ ਤੇਰੇ ਤੇ ਹਰੂਨ ਦੀ ਲੋੜ ਨਹੀਂ। ਅਸੀਂ ਇਸੇ ਤਰ੍ਹਾਂ ਆਪਣਾ ਇਨਸਾਫ ਕਰਨ ਦੇ ਕਾਬਿਲ ਹਾਂ ਜਿਵੇਂ ਕਿ ਤੂੰ ਕਰਨਾ ਹਾਂ। ਹਾਂ, ਮੈਂ ਉਜਾੜਾਂ ਦੀ ਇਸ ਅਵਾਰਾਗਰਦੀ ਤੋਂ ਤੰਗ ਆ ਗਿਆ ਹਾਂ ਤੇ ਖੁਦਾ ਵੀ ਸਾਨੂੰ ਨਿੱਕੀਆਂ ਗੱਲਾਂ ਤੇ ਮਾਰਦਾ ਪਿਆ ਏ। ਹਾਂ, ਇਹ ਮੂਸਾ ਦੀ ਗਲਤੀ ਹੈ। ਉਹ ਸਾਤੋਂ ਬਹੁਤ ਜ਼ਿਆਦਾ ਆਸ ਰੱਖਦਾ ਹੈ। ਮੂਸਾ ਪੰਡਾਲ ਵਿੱਚ ਗਿਆ ਤੇ ਖੁਦਾਵੰਦ ਤੋਂ ਪੁੱਛਿਆ ਕਿ ਹੁਣ ਕੀ ਕਰੇ। ਖੁਦਾ ਨੇ ਫਰਮਾਇਆ, ਐ ਲਾਵੀ ਦੇ ਪੁੱਤਰੋ, ਤੁਸੀਂ ਆਪਣੇ ਉੱਤੇ ਬੜੀਆਂ ਜ਼ਿੰਮੇਵਾਰੀਆਂ ਲੈ ਲਈਆਂ ਨੇ। ਤੁਹਾਡੇ ਲੋਕ ਕਾਹਨ ਬਣ ਸਕਦੇ ਸਨ ਜਦੋਂ ਕਿ ਖੁਦਾਵੰਦ ਨੇ ਉਹਨਾਂ ਨੂੰ ਕਾਹਨ ਬਣਨ ਲਈ ਮੁਕਰਰ ਨਹੀਂ ਕੀਤਾ। ਕੱਲ ਖੁਦਾਵੰਦ ਸਾਡਾ ਇਨਸਾਫ ਕਰੇਗਾ ਤੇ ਅਸੀਂ ਜਾਣ ਜਾਵਾਂਗੇ ਕਿ ਕੌਣ ਖੁਦਾਵੰਦ ਦਾ ਕਾਹਨ ਹੈ, ਕੌਣ ਮੁਕੱਦਸ ਹੈ ਤੇ ਕੌਣ ਨਹੀਂ। ਕੱਲ ਸਵੇਰੇ ਪੰਡਾਲ ਵਿੱਚ ਆ ਜਾਣਾ ਤੇ ਆਪਣੇ ਬਖੂਰ ਦਾਨੀਆਂ ਵਿੱਚ ਅੱਗ ਵੀ ਪਾ ਕੇ ਲਿਆਣਾ। ਅਗਲਾ ਦਿਨ ਜਿਹੜੇ ਆਪਣੇ ਆਪ ਨੂੰ ਪਾਕ ਕਾਹਨ ਤੇ ਲੋਕਾਂ ਤੇ ਹੁਕਮਰਾਨੀ ਕਰਨ ਵਾਲਾ ਸਮਝਦੇ ਨੇ, ਨੇੜੇ ਆ ਜਾਣ। ਖੁਦਾ ਅੱਜ ਸਾਨੂੰ ਇੱਥੇ ਮਿਲੇਗਾ ਤੇ ਚੋਣ ਕਰੇਗਾ। ਅਸੀਂ ਉਹਦੀ ਤਾਕਤ ਤੇ ਉਸ ਦਾ ਜਲਾਲ ਦੇਖਾਂਗੇ। ਆਪਣੇ ਆਪ ਨੂੰ ਉਹਨਾਂ ਗੁਨਾਹਗਾਰ ਲੋਕਾਂ ਤੋਂ ਵੱਖਰਾ ਕਰ ਲਓ। ਮੈਂ ਉਹਨਾਂ ਨੂੰ ਮਾਰਨ ਲਈ ਤਿਆਰ ਹਾਂ। ਉਹਨਾਂ ਦੇ ਖੈਮਿਆਂ ਤੋਂ ਪਰਾਂ ਹੋ ਜਾਓ, ਉਹਨਾਂ ਦੇ ਨੇੜੇ ਨਾ ਜਾਓ, ਨਹੀਂ ਤਾਂ ਤੁਸੀਂ ਵੀ ਮਾਰੇ ਜਾਓਗੇ। ਇਹ ਇੱਕ ਅਜ਼ਮਾਇਸ਼ ਹੈ। ਜੇ ਇਹ ਲੋਕ ਇੱਕ ਆਮ ਮੌਤ ਮਰਨ
ਤਾਂ ਤੁਸੀਂ ਜਾਣ ਸਕਦੇ ਹੋ ਕਿ ਮੈਂ ਇੱਕ ਝੂਠਾ ਨਬੀ ਹਾਂ ਤੇ ਇਹ ਕਿ ਖੁਦਾਵੰਦ ਮੇਰੇ ਨਾਲ ਕਲਾਮ ਨਹੀਂ ਕਰਦਾ। ਪਰ ਜੇ ਅੱਜ ਤੁਸੀਂ ਇੱਕ ਨਵੀਂ ਚੀਜ਼ ਵੇਖੋ ਕਿ ਜੇ ਜ਼ਮੀਨ ਖੁੱਲ ਜਾਂਦੀ ਏ ਤੇ ਉਹਨਾਂ ਨੂੰ ਤੇ ਉਹਨਾਂ ਦੀਆਂ ਸਾਰੀਆਂ ਸ਼ੈਵਾਂ ਨੂੰ ਹੜਪ ਕਰਕੇ ਜਹੰਨਮ ਦੀਆਂ ਅਥਾਹ ਡੂੰਘਾਈਆਂ ਵਿੱਚ ਡੇਗ ਦਿੰਦੀ ਏ, ਤਾਂ ਜਾਣ ਲਿਓ ਕਿ ਉਹਨਾਂ ਨੇ ਖੁਦਾਵੰਦ ਦਾ ਗੁਨਾਹ ਕੀਤਾ ਏ ਤੇ ਇਹ ਕਿ ਮੈਂ ਉਸ ਦਾ ਨਬੀ ਹਾਂ। ਉਹ ਸਾਰੇ ਲੋਕ ਜੋ ਆਪਣੇ ਆਪ ਨੂੰ ਕਾਹਨ ਸਮਝਦੇ ਸਨ, ਉਹਨਾਂ ਸਭਨਾਂ ਨੂੰ ਜਹੰਨਮ ਦੀ ਅੱਗ ਜੋ ਸ਼ੈਤਾਨ ਤੇ ਉਸਦੇ ਚੇਲਿਆਂ ਲਈ ਤਿਆਰ ਕੀਤੀ ਗਈ ਸੀ ਹੜਪ ਕਰ ਗਈ। ਉਹਨਾਂ ਦੇ ਤਾਂਬੇ ਦੇ ਭਾਂਡੇ ਵੀ ਚੁੱਕ ਲਵੋ ਤੇ ਉਸ ਦੇ ਤਾਂਬੇ ਦੇ ਮਜ਼ਬਾ ਨੂੰ ਮੋੜ ਦਿਓ। ਜਦੋਂ ਵੀ ਤੁਸੀਂ ਇਸ ਮਜ਼ਬਾ ਨੂੰ ਤਾਂਬੇ ਨਾਲ ਕੱਜਿਆ ਹੋਇਆ ਵੇਖੋ ਤਾਂ ਤੁਸੀਂ ਉਹ ਦਿਨ ਯਾਦ ਕਰਿਓ ਜਦੋਂ ਲੋਕਾਂ ਨੇ ਖੁਦਾ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕੀਤਾ ਤੇ ਉਹ ਆਪਣੇ ਆਪ ਨੂੰ ਕਾਹਨ ਬਣਾਉਣ ਲਈ ਨਿਕਲ ਪਏ। ਇਹ ਉਹ ਦਿਨ ਸੀ ਜਿਹਨੂੰ ਬਨੀ ਇਸਰਾਈਲ ਕਦੇ ਵੀ ਨਾ ਭੁੱਲ ਸਕੇਗੀ। ਖੁਦਾਵੰਦ ਨੇ ਵਾਜ਼ੇ ਕੀਤਾ ਕਿ ਮੂਸਾ ਹੀ ਉਸ ਦਾ ਨਬੀ ਹੈ ਤੇ ਸਿਰਫ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ ਕਾਹਨ ਦੇ ਅਹੁਦੇ ਤੇ ਮੁਕਰਰ ਕਰ ਸਕਦਾ ਹੈ। ਖੁਦਾਵੰਦ ਦਾ ਜਲਾਲ ਹਮੇਸ਼ਾ ਪੰਡਾਲ ਤੇ ਰਿਹਾ ਤੇ ਲੋਕ ਆਪਣੀ ਖੁਸ਼ੀ ਨਾਲ 40 ਸਾਲ ਉਜਾੜਾਂ ਵਿੱਚ ਮੂਸਾ ਦੀ ਪੈਰਵੀ ਕਰਦੇ ਰਹੇ। ਖੁਦਾਵੰਦ ਦਾ ਜਲਾਲ ਸਾਡੇ ਨਾਲ ਏ ਤੇ ਉਹ ਆਸਮਾਨੋਂ ਸਾਨੂੰ ਰੋਟੀ ਦਿੰਦਾ ਏ। ਖੁਦਾਵੰਦ ਨੇ ਆਸਮਾਨੋਂ ਰੋਟੀ ਦੇਣ ਦਾ ਸਿਲਸਿਲਾ ਜਾਰੀ ਰੱਖਿਆ ਤੇ ਉਹਨਾਂ ਨੂੰ ਚਟਾਨ ਤੋਂ ਪਾਣੀ ਵੀ ਮੁਹੱਈਆ ਕਰਦਾ ਰਿਹਾ। ਅੱਗ ਦਾ ਸਤੂਨ ਰਾਤ ਨੂੰ ਤੇ ਬੱਦਲ ਦਿਨ ਵੇਲੇ ਉਹਨਾਂ ਨੂੰ ਘੇਰ ਕੇ ਰੱਖਦੇ ਸਨ। ਉਹਨਾਂ ਨੇ ਖੁਦਾਵੰਦ ਦੇ ਹੁਕਮਾਂ ਦੀ ਫਰਮਾਬਰਦਾਰੀ ਕਰਨਾ ਸਿੱਖਿਆ। ਮੂਸਾ ਨੇ ਜਿਵੇਂ ਹੁਕਮ ਦਿੱਤਾ, ਕਾਹਨ ਉਂਝੇ ਹੀ ਪੰਡਾਲ 'ਚ ਹਾਜ਼ਰ ਹੋਏ ਤੇ ਰੋਜ਼ਮਰਾ ਦੀਆਂ ਕੁਰਬਾਨੀਆਂ ਦਾ ਸਿਲਸਿਲਾ ਜਾਰੀ ਰੱਖਿਆ। 40 ਸਾਲਾਂ ਬਾਅਦ ਉਜਾੜਾਂ ਵਿੱਚ ਜਦੋਂ ਹਰ ਇੱਕ ਆਪਣੇ ਦੇਸ਼ ਜਾਣ ਦੀ ਤਿਆਰੀ ਕਰਦਾ ਪਿਆ ਸੀ, ਖੁਦਾਵੰਦ ਨੇ ਮੂਸਾ ਨੂੰ ਪਹਾੜ ਤੇ ਸੱਦਿਆ। ਉੱਥੇ ਖੁਦਾਵੰਦ ਦੇ ਆਖਰੀ ਵਾਰ ਗੱਲ ਕਰਨ ਦੇ ਬਾਅਦ ਉਹ ਲੰਮਾ ਪੈ ਗਿਆ ਤੇ ਅਬਦੀ ਨੀਂਦ ਸੌਂ ਗਿਆ। ਤੁਰੰਤ ਹੀ ਉਸ ਦੀ ਰੂਹ ਖੁਦਾਵੰਦ ਦੇ ਹਜ਼ੂਰ ਅਪੜਾ ਦਿੱਤੀ ਗਈ, ਜਿੱਥੇ ਉਹ ਅਖੀਰਲੇ ਵੇਲੇ ਤੱਕ ਰਹੇਗਾ ਤੇ ਆਪਣੇ ਲੋਕਾਂ ਨਾਲ ਮੁੜ ਕੇ ਮਿਲੇਗਾ, ਉਸ ਜ਼ਮੀਨ ਤੇ ਜਿਸ ਦਾ ਵਾਅਦਾ ਖੁਦਾਵੰਦ ਨੇ ਇਬਰਾਹਿਮ ਨਾਲ ਕੀਤਾ ਸੀ। ਘੱਟੋ ਘੱਟ 50 ਸਾਲ ਬੀਤ ਚੁੱਕੇ ਸਨ ਜਦੋਂ ਯਹੋਵਾ ਖੁਦਾ ਨੇ ਇਬਰਾਹਿਮ ਨੂੰ ਆਪਣੇ ਲੋਕਾਂ ਨੂੰ ਛਡਾਉਣ ਤੇ ਉਸ ਜ਼ਮੀਨ ਤੇ ਜਾਣ ਦਾ ਕਿਹਾ ਸੀ ਜਿਹੜੀ ਉਹ ਉਸ ਨੂੰ ਦੇਵੇਗਾ। ਖੁਦਾਵੰਦ ਦਾ ਵਾਅਦਾ ਜੋ ਉਹਨੇ ਇਬਰਾਹਿਮ ਤੇ ਸਾਰਾ ਨਾਲ ਕੀਤਾ ਸੀ ਕਿ ਉਹ ਇਸਹਾਕ ਤੋਂ ਇੱਕ ਵੱਡੀ ਕੌਮ ਪੈਦਾ ਕਰੇਗਾ, ਪੂਰਾ ਹੋਇਆ। ਯਾਕੂਬ, ਜਿਸ ਦਾ ਨਾਂ ਬਾਅਦ ਵਿੱਚ ਇਸਰਾਈਲ ਰੱਖਿਆ ਗਿਆ, ਦੇ 12 ਪੁੱਤਰ 12 ਕਬੀਲੇ ਬਣ ਗਏ ਤੇ ਲੋਕਾਂ ਦੀ ਇੱਕ ਵੱਡੀ ਜਮਾਤ ਬਣੀ। ਉਹ ਗੁਲਾਮੀ ਵਿੱਚ ਰਹਿੰਦੇ ਸਨ, ਮੂਸਾ ਦੇ ਨਾਲ ਉਜਾੜਾਂ ਵਿੱਚ ਫਿਰਦੇ ਰਹੇ, ਖੁਦਾਵੰਦ ਦੇ ਹੁਕਮ ਹਾਸਲ ਕੀਤੇ ਤੇ ਆਖਰਕਾਰ ਹੁਣ ਉਹ ਆਪਣੇ ਜੱਦੀ ਮੁਲਕ ਵਿੱਚ ਦਾਖਲ ਹੋ ਰਹੇ ਸਨ। ਉਜਾੜਾਂ ਦੇ ਸਫ਼ਰ ਦੌਰਾਨ ਇੱਕ ਮੁੰਡਾ ਜੋ ਹਮੇਸ਼ਾ ਮੂਸਾ ਦੇ ਨਾਲ ਰਿਹਾ ਤੇ ਉਹ ਇਹ ਵੇਖਦਾ ਤੇ ਸਮਝਦਾ ਰਿਹਾ ਕਿ ਕਿਵੇਂ ਇਸਰਾਈਲ ਦੀ ਕੌਮ ਦੀ ਰਹਿਨਮਾਈ ਕਰਨੀ ਹੈ। ਉਹ ਮੁੰਡਾ ਯੋਸ਼ੂਆ ਵੱਡਾ ਹੋ ਕੇ ਇੱਕ ਤਾਕਤਵਰ ਜੰਗਜੂ ਬਣਿਆ। ਜਦੋਂ ਮੂਸਾ ਖੁਦਾਵੰਦ ਦੇ ਕੋਲ ਚਲਾ ਗਿਆ ਤਾਂ ਯੋਸ਼ੂਆ ਨੂੰ ਖੁਦਾਵੰਦ ਨੇ ਚੁਣ ਲਿਆ ਤੇ ਉਹ ਲੋਕਾਂ ਨੂੰ ਉਸ ਜ਼ਮੀਨ ਤੇ ਲੈ ਕੇ ਜਾਵੇ ਜਿਸ ਦਾ ਵਾਅਦਾ ਖੁਦਾ ਨੇ ਇਬਰਾਹਿਮ ਨਾਲ ਕੀਤਾ ਸੀ। ਲੋਕਾਂ ਨੇ ਪੇਸ਼ਗੋਈ ਯਾਦ ਕੀਤੀ ਕਿ ਉਹ ਇੱਕ ਅਣਜਾਣ ਧਰਤੀ ਤੇ ਅਜਨਬੀ ਲੋਕ ਹੋਣਗੇ ਤੇ ਫਿਰ 400 ਸਾਲਾਂ ਬਾਅਦ ਉਹ ਆਪਣੇ ਪਿਓ ਦਾਦੇ ਦੀ ਜ਼ਮੀਨ ਤੇ ਵਾਪਸ ਆਉਣਗੇ। ਖੁਦਾਵੰਦ ਨੇ ਆਪਣਾ ਵਾਅਦਾ ਪੂਰਾ ਕੀਤਾ। ਜਿਸ ਦਿਹਾੜੇ ਉਹਨਾਂ ਨੇ ਯਰਦਨ ਨੂੰ ਪਾਰ ਕੀਤਾ, ਆਸਮਾਨ ਤੋਂ ਮਨ ਆਉਣਾ ਬੰਦ ਹੋ ਗਿਆ ਤੇ ਉਹਨਾਂ ਨੇ ਜ਼ਮੀਨ ਦੀ ਤਾਜ਼ਾ ਖੁਰਾਕ ਖਾਧੀ। ਸੁਣਿਓ ਜੀ, ਖੁਦਾਵੰਦ ਨੇ ਸਾਨੂੰ ਕਿੰਨੀ ਸੋਹਣੀ ਜ਼ਮੀਨ ਦਿੱਤੀ ਹੈ। ਹਾਂ, ਇਹ ਸਾਡੇ ਬਾਲਾਂ ਦੀ ਪਰਵਰਿਸ਼ ਲਈ ਇੱਕ ਚੰਗੀ ਥਾਂ ਹੈ ਤੇ ਉਹ ਇੱਥੇ ਪਾਕੀਜ਼ੀ ਤੇ ਸਕੂਨ ਨਾਲ ਰਹਿਣਾ ਸਿੱਖਣਗੇ।